वाहिगुरु जी का खालसा वाहिगुरु जी की फतेह। गुरु रूप गुरु प्यारे साध संगत जीओ, सिख संगतां वल्लों अक्सर एक सवाल पुछया जाता है भी जदों असी गुरु साहिब जी की पावन अमृतमई बाणी का सहज पाठ आरंभ करते हैं या फिर भोग पाते हैं, ਜਾਂ गुरु साहिब की पावन बाणी का अखंड पाठ साहिब आरंभ करते हैं या फिर भोग पाते हैं, ਜਾਂ फिर असी घरां दे विच सुखमनी साहिब जी की पावन बाणी का पाठ करवाने आ, उस वक्त दीवान सजाया जाता है या गुरु घरां दे विच दीवान सजाया जाता है। तो दीवान की समाप्ति ते या फिर सहज पाठ या अखंड पाठ साहिब की रमता या समाप्ति ते जदों असी आनंद साहिब की पावन बाणी का पाठ करते हैं तो आनंद साहिब जी की पावन बाणी का असी पाठ करन लगे हाँ। आनंद साहिब पावन अमृतमई बाणी दे विचों पहलियां 5 पौड़ियां का पाठ अते फिर अखीरली 40वीं पौड़ी का पाठ करते हैं, यानी कि कुल मिला के 6 पौड़ियां आनंद साहिब की पावन बाणी दियां पढ़ते हैं। भी ऐसा क्यों है कि सानू सहज पाठ या अखंड पाठ साहिब आरंभ करने वेले, भोग पाउण वेले या फिर दीवानां की समाप्ति वेले कि सानू आनंद साहिब जी का संपूर्ण पूरा 40 पौड़ियां का पाठ करना चाहिए है या फिर केवल 6 पौड़ियां का जिहड़ा पाठ है केवल वही करना चाहिए है। तो साध संगत जीओ, अज के इस प्रोग्राम के विच मैं आप समूह संगत के नाल इसे ही टॉपिक के संबंध में कुछ विचार साझे करन जा रहे हैं। तो आप समूह संगत नूं बेनती करना चाहांगा अज दे इस प्रोग्राम नूं शुरू तो लैके एंड तक आप भी देखो तो होरनां संगतां नाल भी वध तों वध जरूर शेयर करो। साध संगत जीओ, अज दे इस प्रोग्राम में जिहड़ी मैं जानकारी तुहाडे नाल साझी करन जा रहा, सब तो पहला तो मैं आप जी नूं दसना चाहांगा अज दी जिहड़ी जानकारी मैं अपने कोलों तुहाडे नाल साझी नहीं करन जा रहा। तुसीं देख सकदे मेरे हत्थ विच आ सिख रहत मर्यादा दी जिहड़ी है ये छोटी जी पुस्तक है जो श्रोमणी गुरुद्वारा प्रबंधक कमेटी वालों श्री अकाल तख्त साहिब की रहनुमाई हेठ जिहड़ी है वो छाप के सिख संगतां विच वंडी जाती तो फ्री भेटा वंडी जाती है। ये सिख रहत मर्यादा जिहड़ी है ये 1936 दे विच इहदा जिहड़ा खरड़ा वा वो तैयार किया गया सी ਅਤੇ ਸਮੁੱਚੇ पंथ ਦੇ ਵਿੱਚ ਇਹਨੂੰ लागू ਕਰਨ ਵਾਸਤੇ ਸ਼੍ਰੋਮਣੀ ਕਮੇਟੀ ਜਿਹੜੀ ਅੱਜ ਤੀਕਰ ਵੀ ਯਤਨਸ਼ੀਲ ਹੈ। ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੋਈ ਆ ਗੁਰਬਾਣੀ ਦਾ ਜਦੋਂ ਅਸੀਂ ਸਹਿਜ ਪਾਠ ਆਰੰਭ ਕਰਦੇ ਹਾਂ ਜਾਂ ਅਖੰਡ ਪਾਠ ਸਾਹਿਬ ਆਰੰਭ ਕਰਦੇ ਹਾਂ ਜਾਂ ਫਿਰ ਸਮਾਪਤੀ ਕਰਦੇ ਹਾਂ, ਭੋਗ ਪਾਉਂਦੇ ਹਾਂ, ਉਸ ਵਕਤ ਕੀ ਅਸੀਂ ਆਨੰਦ ਸਾਹਿਬ ਦੀਆਂ 6 ਪੌੜੀਆਂ ਹੀ ਪੜ੍ਹਨੀਆਂ ਵਾ ਜਾਂ ਫਿਰ ਸੰਪੂਰਨ 40 ਪੌੜੀਆਂ ਦਾ ਪਾਠ ਕਰਦੇ ਆ। ਤੇ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਵੀ ਇੱਥੇ ਜਿਹੜਾ ਸਧਾਰਨ ਪਾਠ ਹੈ, ਸਧਾਰਨ ਪਾਠ ਤੋਂ ਭਾਵ ਸਹਿਜ ਪਾਠ ਅਤੇ ਅਖੰਡ ਪਾਠ ਦੀ ਆਰੰਭਤਾ, ਇਹ ਜਿਹੜੇ 2 ਸਿਰਲੇਖ ਆ ਇਹਨਾਂ ਦੇ ਸਿਰਲੇਖਾਂ ਹੇਠ ਸਾਨੂੰ ਇਹੀ ਜਾਣਕਾਰੀ ਦਿੱਤੀ ਗਈ ਆ। ਮੈਂ ਤੁਹਾਡੇ ਨਾਲ ਪੜ੍ਹ ਕੇ ਵੀ ਸੁਣਾ ਦਿੰਦਾ ਵਾ ਜੀ। ਦੇਖੋ ਇੱਥੇ ਲਿਖਿਆ ਗਿਆ ਹੈ ਵੀ ਸਾਧਾਰਨ ਪਾਠ ਦੇ ਆਰੰਭ ਵੇਲੇ ਕੜਾਹ ਪ੍ਰਸ਼ਾਦ ਲਿਆ ਕੇ ਆਨੰਦ ਸਾਹਿਬ 6 ਪੌੜੀਆਂ ਇਹ ਬ੍ਰੈਕਟ ਵਿੱਚ ਲਿਖਿਆ ਹੋਇਆ ਦਾ ਪਾਠ ਕਰਕੇ ਅਰਦਾਸ ਮਗਰੋਂ ਹੁਕਮਨਾਮਾ ਸਾਹਿਬ ਲਿਆ ਜਾਵੇ। ਅਖੰਡ ਪਾਠ ਵੇਲੇ ਵੀ ਕੜਾਹ ਪ੍ਰਸ਼ਾਦ ਦੀ ਤੇਗ ਤਿਆਰ ਹੋਵੇ। ਫਿਰ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਨ ਮਗਰੋਂ ਅਰਦਾਸ ਕਰਕੇ ਹੁਕਮਨਾਮਾ ਸਾਹਿਬ ਲੈ ਕੇ ਪਾਠ ਜਿਹੜਾ ਹੈ ਉਹ ਆਰੰਭ ਕੀਤਾ ਜਾਵੇ। ਹੁਣ ਸਾਧ ਸੰਗਤ ਜੀ, ਇਸ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਾਨੂੰ ਇਹ ਜਾਣਕਾਰੀ ਜਿਹੜੀ ਆ ਇਹ ਦਿੱਤੀ ਹੋਈ ਆ। ਤੇ ਇਹ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਮੈਂ ਦੱਸਣਾ ਚਾਹਾਂਗਾ ਵੀ 1936 ਦੇ ਵਿੱਚ ਜਿਹੜਾ ਹੈ ਇਹ ਖਰੜਾ ਤਿਆਰ ਕੀਤਾ ਗਿਆ ਤੇ ਬੜੀ ਹੀ ਮਿਹਨਤ ਦੇ ਨਾਲ ਬੜੇ ਹੀ ਉੱਚ ਕੋਟੀ ਦੇ ਵਿਦਵਾਨਾਂ ਦੀ ਕਮੇਟੀ ਦੇ ਵਿੱਚ ਕਈ ਸਾਲ 13-14 ਸਾਲ ਲਗਾ ਕੇ ਇਹ ਸਿੱਖ ਰਹਿਤ ਮਰਿਆਦਾ ਨੂੰ ਬਣਾਇਆ ਗਿਆ ਅਤੇ ਫਿਰ ਸਮੁੱਚੇ ਪੰਥ ਦੇ ਵਿੱਚ ਜਿਹੜਾ ਹੈ ਇਹਨੂੰ ਲਾਗੂ ਕੀਤਾ ਗਿਆ। ਹੁਣ ਜੇਕਰ 1936 ਦੇ ਵਿੱਚ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਿਹਾ ਵੀ ਜੇਕਰ 1936 ਦੇ ਵਿੱਚ ਵਿਦਵਾਨਾਂ ਦੀ ਕਮੇਟੀ ਨੇ ਫੈਸਲਾ ਲਿਆ ਵੀ ਅਖੰਡ ਪਾਠ ਜਾਂ ਸਧਾਰਨ ਪਾਠ ਜਾਂ ਦੀਵਾਨਾਂ ਦੀ ਸਮਾਪਤੀ ਵੇਲੇ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕੀਤਾ ਜਾਣਾ ਚਾਹੀਦਾ, ਇਹਦਾ ਮਤਲਬ ਵੀ 1936 ਤੋਂ ਪਹਿਲਾਂ ਵੀ 1936 ਤੋਂ ਪਹਿਲਾਂ ਵੀ ਇਹ ਜ਼ਰੂਰ ਪੋਸੀਬਲ ਹੈ ਵੀ ਉਸ ਵਕਤ ਵੀ ਜਿਹੜਾ ਹੈ 6 ਪੌੜੀਆਂ, ਪਹਿਲੀਆਂ 5 ਪੌੜੀਆਂ ਆਨੰਦ ਸਾਹਿਬ ਦੀ ਪਾਵਨ ਬਾਣੀ ਦੀਆਂ ਅਤੇ ਅਖੀਰਲੀ ਜਿਹੜੀ 40ਵੀਂ ਪੌੜੀ ਦਾ ਪਾਠ ਹੈ ਉਹ ਕਰਕੇ ਹੀ ਜਿਹੜਾ ਹੈ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਂਦਾ ਸੀ ਜਾਂ ਕਿਸੇ ਦੀਵਾਨ ਦੀ ਸਮਾਪਤੀ ਕੀਤੀ ਜਾਂਦੀ ਸੀ। ਸ਼ਾਇਦ ਇਹੀ ਇੱਕ ਵੱਡਾ ਕਾਰਨ ਸੀ ਵੀ ਉਸ ਵਕਤ ਉਹ ਉੱਚ ਕੋਟੀ ਦੇ ਜਿਹੜੇ ਵਿਦਵਾਨ ਸਨ ਉਹਨਾਂ ਵਿਦਵਾਨਾਂ ਨੇ ਕਮੇਟੀ ਦੇ ਵਿੱਚ ਜਿਹੜੀ ਇਹ ਗੱਲ ਰੱਖੀ ਅਤੇ ਫਿਰ ਬਕਾਇਦਾ ਇਹਨੂੰ ਜਿਹੜਾ ਵਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਾਗੂ ਕੀਤਾ ਗਿਆ।
ਇਹਦਾ ਮਤਲਬ ਵੀ ਕਈ ਸਾਲਾਂ ਦੀ ਇਹ ਜਿਹੜੀ ਮਰਿਆਦਾ ਹੈ ਇਹ ਗੁਰੂ ਘਰਾਂ ਦੇ ਵਿੱਚ ਵੀ ਅਤੇ ਗੁਰਦੁਆਰੇ ਸੇਵਾਨਾਂ ਤੋਂ ਬਾਹਰ ਵੀ ਜਿਹੜੀ ਇਹ ਮਰਿਆਦਾ ਜਿਹੜੀ ਕਾਇਮ ਹੈ। ਤੇ ਅੱਜ ਵੀ ਆਪਾਂ ਜ਼ਿਆਦਾਤਰ ਵੇਖਦੇ ਹਾਂ ਵੀ ਜਿੱਥੇ ਵੀ ਆਪਾਂ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਆਰੰਭ ਕਰਦੇ ਹਾਂ ਜਾਂ ਕਿਸੇ ਦੀਵਾਨ ਦੀ ਸਮਾਪਤੀ ਹੁੰਦੀ ਆ 6 ਪੌੜੀਆਂ ਨਾਮ ਸਾਹਿਬ ਦਾ ਪਾਠ ਕਰਕੇ ਹੀ ਜਿਹੜਾ ਉਹ ਦੀਵਾਨ ਦੀ ਸਮਾਪਤੀ ਕੀਤੀ ਜਾਂਦੀ ਜਾਂ ਫਿਰ ਕੋਈ ਜਿਹੜਾ ਪਾਠ ਹੈ ਉਹ ਆਰੰਭ ਕੀਤਾ ਜਾਂਦਾ ਹੈ। ਦੂਸਰੀ ਗੱਲ ਇਹ ਵੀ ਵਿਚਾਰਨਯੋਗ ਹੈ, ਜੇਕਰ ਆਪਾਂ ਸ੍ਰੀ ਆਨੰਦ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਸਾਧ ਸੰਗਤ ਜਦੋਂ ਅਸੀਂ ਨਿਤਨੇਮ ਦੀ ਬਾਣੀਆਂ ਦੇ ਵਿੱਚ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦੇ, ਤੁਸੀਂ ਇਹ ਗੱਲ ਭਲੀ ਭਾਂਤ ਜਾਣਦੇ ਵੀ 40 ਪੌੜੀਆਂ ਦਾ ਜਿਹੜਾ ਪਾਠ ਹੈ 40 ਸ਼ਬਦਾਂ ਦਾ ਜਿਹੜਾ ਪਾਠ ਹੈ ਸੰਪੂਰਨ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਹੈ। ਕਈ ਵਾਰ ਸੱਜਣਾ ਨੂੰ ਇੰਜ ਲੱਗਦਾ ਵੀ ਸਾਨੂੰ ਸੰਪੂਰਨ ਬਾਣੀ ਦਾ ਜਿਹੜਾ ਪਾਠ ਹੈ ਉਹ ਕਰਨਾ ਚਾਹੀਦਾ। ਤੇ ਮੈਂ ਤੁਹਾਡੇ ਇੱਕ ਗੱਲ ਨੋਟਿਸ ਵਿੱਚ ਲਿਆਉਣਾ ਚਾਹਾਂਗਾ, ਤੁਸੀਂ ਦੇਖੋ ਵੀ ਜਦੋਂ ਅਸੀਂ ਰਹਿਰਾਸ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ, ਈਵਨ ਤੁਸੀਂ ਸ੍ਰੀ ਦਰਬਾਰ ਸਾਹਿਬ ਤੋਂ ਵੀ ਰਹਿਰਾਸ ਸਾਹਿਬ ਦੀ ਬਾਣੀ ਦਾ ਪਾਠ ਸੁਣੋ ਜਾਂ ਫਿਰ ਕਿਤੇ ਵੀ ਕਿਸੇ ਡੇਰੇ ਵਿੱਚ ਟਕਸਾਲ ਵਿੱਚ ਜਾਂ ਕਿਸੇ ਗੁਰੂ ਘਰ ਦੇ ਵਿੱਚ ਜਦੋਂ ਵੀ ਰਹਿਰਾਸ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਹੁਣ ਰਹਿਰਾਸ ਸਾਹਿਬ ਦੀ ਪਾਵਨ ਬਾਣੀ ਦਾ ਜਿਹੜਾ ਪਾਠ ਉਹਦਾ ਸਵਰੂਪ ਕੀ ਆ? ਉਹਦਾ ਸਵਰੂਪ ਇਹੀ ਹੈ ਨਾ ਵੀ ਅਸੀਂ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ 9 ਸ਼ਬਦਾਂ ਦਾ ਪਾਠ ਕਰਦੇ ਹਾਂ, ਫਿਰ ਚੌਪਈ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ ਵਾ, ਫਿਰ ਸਵਈਆ ਤੇ ਫਿਰ ਦੋਹਰਾ ਪੜ੍ਹਿਆ ਜਾਂਦਾ। ਉਸ ਤੋਂ ਬਾਅਦ ਤੁਸੀਂ ਦੇਖੋ ਵੀ 6 ਪੌੜੀਆਂ, ਪਹਿਲੀਆਂ 5 ਪੌੜੀਆਂ ਆਨੰਦ ਸਾਹਿਬ ਦੀ ਬਾਣੀ ਦੇ ਪੜ੍ਹਦੀਆਂ ਤੇ ਫਿਰ ਅਖੀਰਲੀ ਜਿਹੜੀ 40ਵੀਂ ਪੌੜੀ ਆ ਰਹਿਰਾਸ ਸਾਹਿਬ ਦੀ ਬਾਣੀ ਦੇ ਵਿੱਚ ਫਿਰ ਉਹ 6 ਪੌੜੀਆਂ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ। ਫਿਰ ਮੁਦਾਵਨੀ ਵਾਲਾ ਸ਼ਬਦ, ਉਸ ਤੋਂ ਬਾਅਦ ਸ਼ਲੋਕ ਮਹਿਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ, ਇਹ ਸ਼ਬਦ ਪੜ੍ਹਿਆ ਜਾਂਦਾ ਹੈ। ਮੇਰੇ ਕਹਿਣ ਤੋਂ ਭਾਵ ਜੇਕਰ ਅਸੀਂ ਰਹਿਰਾਸ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ 6 ਪੌੜੀਆਂ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰ ਸਕਦੇ ਹਾਂ ਤੇ ਫਿਰ ਸਾਨੂੰ ਇਸ ਗੱਲ 'ਚ ਵੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਵੀ ਜਦੋਂ ਅਸੀਂ ਸਹਿਜ ਪਾਠ ਆਰੰਭ ਕਰਨਾ ਹੈ ਜਾਂ ਫਿਰ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਨਾ ਹੈ ਜਾਂ ਦੀਵਾਨ ਦੀ ਸਮਾਪਤੀ ਕਰਨੀ, ਉਸ ਵਕਤ ਵੀ ਜੇ ਆਪਾਂ 6 ਪੌੜੀਆਂ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰ ਲੈਂਦੇ ਹਾਂ ਤੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਆ, ਕੋਈ ਮਨਮਤ ਨਹੀਂ ਆ। ਕਈ ਸੱਜਣਾਂ ਨੂੰ ਇੰਝ ਲੱਗਦਾ ਵੀ ਜਿਵੇਂ ਮਨਮਤ ਹੋ ਰਹੀ ਆ ਵੀ ਸੰਪੂਰਨ ਆਨੰਦ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਜਿਹੜਾ ਕਰਨਾ ਚਾਹੀਦਾ। ਹਾਲਾਂਕਿ ਦੇਖੋ ਗੁਰੂ ਸਾਹਿਬ ਦੀ ਪਾਵਨ ਬਾਣੀ ਤਾਂ ਪਿਆਰਿਓ ਜਿੰਨੀ ਵੀ ਵੱਧ ਤੋਂ ਵੱਧ ਅਸੀਂ ਪੜ੍ਹ ਲਈ ਉਨੀ ਚੰਗੀ ਆ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਦੋਂ ਅਸੀਂ ਸਹਿਜ ਪਾਠ ਕਰਨਾ ਜਾਂ ਅਖੰਡ ਪਾਠ ਕਰਨਾ, ਉਦੋਂ ਤੇ ਅਸੀਂ ਕੇਵਲ 6 ਪੌੜੀਆਂ ਆਨੰਦ ਸਾਹਿਬ ਦੀ ਬਾਣੀ ਨਹੀਂ, ਉਦੋਂ ਤੇ ਅਸੀਂ ਬਲਕਿ ਸਾਰੀ ਦੀ ਸਾਰੀ ਸਮੁੱਚੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਰੱਜ ਕੇ ਪਾਠ ਕਰਨਾ ਹੁੰਦਾ ਤੇ ਸੁਣਨਾ ਹੁੰਦਾ ਹੈ। ਬਾਕੀ ਰਹੀ ਗੱਲ ਜਦੋਂ ਅਸੀਂ ਆਰੰਭਤਾ ਵੇਲੇ ਜਾਂ ਸਮਾਪਤੀ ਵੇਲੇ ਅਸੀਂ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਉਹਦੇ ਪਿੱਛੇ ਵੀ ਇੱਕ ਜਿਹਦੇ ਤੱਕ ਮੇਰਾ ਅਨੁਮਾਨ ਹੈ ਵੀ ਉੱਥੇ ਇੱਕ ਰੀਜ਼ਨ ਇਹ ਵੀ ਹੋ ਸਕਦਾ ਹੈ ਵੀ ਦੇਖੋ ਜਦੋਂ ਅਸੀਂ ਸਮਾਪਤੀ ਜਾਂ ਆਰੰਭਤਾ ਵੇਲੇ 6 ਪੌੜੀਆਂ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਉਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਹੈ, ਸਮੇਂ ਨੂੰ ਸ਼ਾਇਦ ਹੋ ਸਕਦਾ ਹੈ ਵੀ ਪੁਰਾਤਨ ਜਿਹੜੇ ਵਿਦਵਾਨ ਸਨ ਜਿਨ੍ਹਾਂ ਨੇ ਇਹ ਮਰਿਆਦਾ ਲਾਗੂ ਕੀਤੀ, ਉਹਨਾਂ ਨੇ ਸ਼ਾਇਦ ਸਮੇਂ ਨੂੰ ਜਿਹੜਾ ਹੈ ਵੀ ਮੁੱਖ ਰੱਖ ਕੇ ਇਸ ਗੱਲ ਨੂੰ ਵਿਚਾਰਿਆ ਵੀ ਉਸ ਵਕਤ ਜਿਹੜਾ ਆਪਾਂ ਬਹੁਤਾ ਸਮਾਂ ਨਾ ਲਾਈਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਮੁਕੰਮਲ ਪਾਠ ਤਾਂ ਹੋਣਾ ਹੀ ਹੋਣਾ ਹੈ, ਪਰ ਆਰੰਭਤਾ ਵੇਲੇ ਜਾਂ ਸਮਾਪਤੀ ਵੇਲੇ ਜਿਹੜਾ ਆਪਾਂ ਸਮੇਂ ਨੂੰ ਮੁੱਖ ਰੱਖ ਕੇ 6 ਪੌੜੀਆਂ ਜਿਹੜਾ ਵਾ ਉਹ ਆਨੰਦ ਸਾਹਿਬ ਦੀ ਜਿਹੜੀ ਬਾਣੀ ਦਾ ਪਾਠ ਹੈ ਉਹੀ ਕੇਵਲ ਕਰੀਏ। ਸੋ ਸਤ ਸੰਗਤ ਜੀਓ, ਮੈਂ ਉਮੀਦ ਕਰਦਾ ਵਾਂ ਵੀ ਆਪ ਜੀ ਨੂੰ ਅੱਜ ਦੇ ਪ੍ਰੋਗਰਾਮ 'ਚ ਦਿੱਤੀ ਜਾਣਕਾਰੀ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ, ਕਿਉਂਕਿ ਸਭ ਤੋਂ ਵੱਡਾ ਪ੍ਰੂਫ ਤੇ ਆਪਣੇ ਕੋਲ ਸਿੱਖ ਰਹਿਤ ਮਰਿਆਦਾ ਦਾ ਹੈ ਤੇ ਜਿਹੜੀ ਇਹ ਸਿੱਖ ਰਹਿਤ ਮਰਿਆਦਾ ਹਾਲੇ ਤੀਕਰ ਤਾਂ ਇਹੀ ਮਰਿਆਦਾ ਚੱਲ ਰਹੀ ਹੈ। ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚਾ ਪੰਥ ਇਕੱਠਾ ਹੋ ਕੇ ਜੇ ਕੋਈ ਇਹਦੇ ਵਿੱਚ ਤਬਦੀਲੀ ਕਰਦਾ ਹੈ ਤਾਂ ਫਿਰ ਹਾਂ ਆਪਾਂ ਜ਼ਰੂਰ ਕਹਿ ਸਕਦੇ ਹਾਂ ਵੀ ਅਸੀਂ 6 ਪੌੜੀਆਂ ਆਨੰਦ ਸਾਹਿਬ ਦੀ ਬਜਾਏ ਸੰਪੂਰਨ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰੀਏ, ਪਰ ਹਾਲੇ ਤੀਕਰ ਇਹੀ ਮਰਿਆਦਾ ਚੱਲ ਰਹੀ ਆ ਤੇ ਇਸੇ ਹੀ ਅਕੋਰਡਿੰਗ ਜਿਹੜਾ ਹੈ ਸਾਨੂੰ ਗੁਰਬਾਣੀ ਦਾ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਜਾਂ ਫਿਰ ਕੋਈ ਵੀ ਦੀਵਾਨ ਹੈ ਗੁਰਮਤਿ ਦਾ ਕੋਈ ਦੀਵਾਨ ਲੱਗਾ ਉਹਦੀ ਜਿਹੜੀ ਸਮਾਪਤੀ ਤੇ ਆਰੰਭਤਾ ਹੈ ਇਸੇ ਢੰਗ ਤਰੀਕੇ ਨਾਲ ਹੀ ਕਰਨੀ ਚਾਹੀਦੀ ਹੈ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਅੱਜ ਦੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਜ਼ਰੂਰ ਸ਼ੇਅਰ ਕਰਿਓ, ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।